Hello everyone, welcome to Saval Classes। EDT 2364 ਪੋਸਟ ਦੇ ਲਈ ਜੋ ਸਾਵਲ ਕਲਾਸਿਸ ਦੇ ਵੱਲੋਂ ਪੂਰਾ ਫੁੱਲ ਜਿਹੜਾ ਮੌਕ ਟੈਸਟ ਇੱਕ ਨੰਬਰ ਜਿਹੜਾ ਹੈ ਉਹ ਲਿਆ ਸੀ, ਉਸ ਦਾ ਸੋਲੂਸ਼ਨ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਤਾਂ ਜਿਹੜੇ ਸਾਥੀਆਂ ਨੇ ਇਸ ਮੌਕ ਟੈਸਟ ਨੂੰ ਡਾਊਨਲੋਡ ਨਹੀਂ ਕੀਤਾ ਤਾਂ ਉਹ ਸਾਵਲ ਕਲਾਸਿਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਵਿੱਚ ਇਹ ਜਿਹੜਾ ਮੌਕ ਟੈਸਟ ਹੈ ਉਹ ਡਾਊਨਲੋਡ ਕਰ ਸਕਦੇ ਹੈ। ਤਾਂ ਇਸ ਦੇ ਨਾਲ ਇੱਕ ਖਾਸ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ, EDT ਕੈਡਰ ਦੇ ਜੋ ਸਾਥੀ ਤਿਆਰੀ ਕਰ ਰਹੇ ਹੈ ਉਸ ਦੇ ਲਈ ਇੱਕ ਬਹੁਤ ਹੀ ਵਧੀਆ ਆਫਰ ਸਾਵਲ ਕਲਾਸਿਸ ਲੈ ਕੇ ਆਇਆ ਜੀ। ਕਿਸੇ ਵੀ ਸਾਥੀ ਨੂੰ EDT ਕੈਡਰ ਦੇ ਸੈਕੰਡ ਪੇਪਰ ਦੇ ਵਿੱਚ ਕਿਸੇ ਇੱਕ ਸਬਜੈਕਟ ਦੀ ਜਾਂ ਦੋ ਸਬਜੈਕਟ ਦੀ ਜਾਂ ਤਿੰਨ ਸਬਜੈਕਟ ਦੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਲਈ ਇੱਕ ਬਹੁਤ ਹੀ ਸੁਨਹਿਰਾ ਮੌਕਾ ਹੈ। ਉਹ ਕਿਸੇ ਵੀ ਇੱਕ ਜਾਂ ਦੋ ਸਬਜੈਕਟ ਦੀ ਵੀ ਕੋਚਿੰਗ ਜਿਹੜਾ ਹੈ ਸਾਵਲ ਕਲਾਸ ਦੇ ਵਿੱਚੋਂ ਲੈ ਸਕਦੇ ਆ ਜੀ। ਅਗਰ ਤੁਸੀਂ ਇੱਕ ਸਬਜੈਕਟ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ 1500 ਇਸ ਦੀ ਫੀਸ ਹੈ ਜੀ। ਜੇ ਦੋ ਸਬਜੈਕਟ ਤਾਂ 2500, ਤਿੰਨ ਸਬਜੈਕਟ ਦੀ ਫੀਸ 3000, ਚਾਰ ਸਬਜੈਕਟ ਦੀ 3500, ਪੰਜ ਸਬਜੈਕਟ ਦੀ 4000 ਤੇ ਫੁੱਲ ਕੋਰਸ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ 5000 ਰੁਪਏ ਇਸ ਦੀ ਫੀਸ ਰੱਖੀ ਗਈ ਹੈ ਜੀ। ਇਸ ਦੇ ਰਿਗਾਰਡਿੰਗ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਵਲ ਕਲਾਸਿਸ ਦੇ ਇਹਨਾਂ ਕੰਟੈਕਟ ਨੰਬਰ ਦੇ ਉੱਪਰ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਜੀ ਅਤੇ ਆਪਣੀ ਜਿਹੜੀ ਤਿਆਰੀ ਸ਼ੁਰੂ ਕਰ ਸਕਦੇ ਹੋ। ਤਾਂ ਜਿਵੇਂ ਕਿ ਮੌਕ ਟੈਸਟ ਦੇ ਵਿੱਚ ਪਹਿਲਾ ਕੁਐਸਚਨ ਸੀ, ਸਾਹਿਤ ਸ਼ਬਦ ਨੂੰ ਅਰਬੀ, ਫਾਰਸੀ ਤੇ ਉਰਦੂ ਵਾਲੇ ਲੋਕ ਕੀ ਕਹਿੰਦੇ ਹਨ? ਤਾਂ ਇਸ ਦਾ ਸਹੀ ਆਨਸਰ ਹੈ ਜੀ ਦੂਸਰਾ ਆਪਸ਼ਨ, ਅਦਬ ਉਸ ਨੂੰ ਕਿਹਾ ਜਾਂਦਾ ਹੈ। ਕੁਐਸਚਨ ਨੰਬਰ ਦੂਸਰਾ ਦੇਖੋ, ਇਹ ਕਿਸ ਰਚਨਾ ਦੇ ਨਾਂ ਦਾ ਅਰਥ ਹੈ ਮਨੁੱਖ ਦੇ ਨੇੜੇ ਰੱਖੀ ਚੀਜ਼? ਨਾਵਲ, ਉਪਨਿਆਸ, ਗਲਪ ਜਾਂ ਸਫ਼ਰਨਾਮਾ? ਤਾਂ ਇਹ ਆਪਾਂ ਦੇਖੋ ਪੇਡ ਗਰੁੱਪ ਦੇ ਵਿੱਚ ਇੱਕ ਇੱਕ ਚੀਜ਼ ਬੜੀ ਡਿਟੇਲ ਦੇ ਵਿੱਚ ਕੀਤੀ ਹੋਈ ਹੈ। ਤਾਂ ਇਸ ਦਾ ਸਿਰਫ ਆਪਾਂ ਆਨਸਰ ਕੀ ਲਗਾਉਣਾ ਹੈ ਜੀ? ਆਨਸਰ ਹੈ ਜੀ ਇਸ ਦਾ ਬੀ, ਉਪਨਿਆਸ। ਕੁਐਸਚਨ ਨੰਬਰ ਤੀਸਰਾ, ਗੋਂਦ ਕੀ ਹੈ ਜੀ? ਗੋਂਦ ਦੇਖਦੇ ਆਪਾਂ, ਨਾਵਲ ਦੇ ਪਾਤਰ ਚਿੱਤਰਣ, ਦੇਸ਼ ਕਾਲ ਤੇ ਵਾਤਾਵਰਨ, ਰਚਨਾ ਦਾ ਵਿਸ਼ਾ, ਘਟਨਾਵਾਂ ਦੀ ਵਿਸ਼ੇਸ਼ ਤਰਤੀਬ। ਸਹੀ ਆਨਸਰ ਇਸ ਦਾ ਫੋਰਥ ਆਪਸ਼ਨ ਜਾਂ ਡੀ ਆਪਸ਼ਨ, ਘਟਨਾਵਾਂ ਦੀ ਵਿਸ਼ੇਸ਼ ਤਰਤੀਬ ਨੂੰ ਗੋਂਦ ਕਿਹਾ ਜਾਂਦਾ ਹੈ ਜੀ। ਕੁਐਸਚਨ ਨੰਬਰ ਚੌਥਾ ਦੇਖੋ, ਨਾਟਕ ਵਿੱਚ ਕਿੰਨੇ ਅੰਕ ਹੁੰਦੇ ਹਨ ਜੀ? ਨਾਟਕ ਦੇ ਵਿੱਚ 3 ਜਾਂ 5 ਅੰਕ ਹੁੰਦੇ ਹਨ। ਕੁਐਸਚਨ ਨੰਬਰ ਪੰਜਵਾਂ, ਡਾਕਟਰ ਗੁਰਬਖਸ਼ ਸਿੰਘ ਫਰੈਂਕ ਅਨੁਸਾਰ ਸੱਭਿਆਚਾਰ ਦੇ ਕਿੰਨੇ ਭਾਗ ਹਨ ਜੀ? ਤਾਂ ਇਹ ਭਾਗ ਹਨ 3 ਭਾਗ ਜੀ। ਪ੍ਰਸ਼ਨ ਨੰਬਰ 6ਵਾਂ ਦੇਖੋ, ਸੌਂਕਣ ਮੋਹਰਾ ਕੀ ਹੈ ਜੀ? ਪਹਿਲੀ ਪਤੀ ਦਾ ਹਾਰ, ਇੱਥੇ ਪਤਨੀ ਆਏਗਾ, ਪਹਿਲੀ ਪਤਨੀ ਦਾ ਹਾਰ, ਤੀਜੀ ਪਤਨੀ ਦਾ ਹਾਰ, ਕਿਸੇ ਹੋਰ ਦੀ ਪਤਨੀ ਦਾ ਹਾਰ ਤੇ ਦੂਜੀ ਪਤਨੀ ਦਾ ਹਾਰ। ਇਸ ਦਾ ਆਨਸਰ ਆਏਗਾ ਜੀ ਡੀ ਆਪਸ਼ਨ, ਦੂਜੀ ਪਤਨੀ ਦਾ ਹਾਰ। ਜਦੋਂ ਕਿਸੇ ਆਦਮੀ ਦੀ ਕੋਈ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਜਦੋਂ ਦੂਸਰਾ ਵਿਆਹ ਕੀਤਾ ਜਾਂਦਾ ਹੈ ਤਾਂ ਦੂਸਰੀ ਪਤਨੀ ਨੂੰ ਇਹ ਸੌਂਕਣ ਮੋਹਰਾ ਜਿਹੜਾ ਗਹਿਣਾ ਹੈ ਇੱਕ ਉਹ ਪਵਾਇਆ ਜਾਂਦਾ ਹੈ। ਕੁਐਸਚਨ ਨੰਬਰ 7ਵਾਂ ਦੇਖੋ, ਅਸਲੀ ਫੁਲਕਾਰੀ ਕਿਹੜੀ ਹੈ? ਤਾਂ ਜਿਵੇਂ ਇਹਦੇ ਵਿੱਚ ਕੁਝ ਫੁਲਕਾਰੀਆਂ ਦੀ ਜਿਹੜੀ ਕਿਸਮਾਂ ਦਿੱਤੀਆਂ ਹੈ, ਇਹਨਾਂ ਦੇ ਵਿੱਚੋਂ ਬਾਗ ਫੁਲਕਾਰੀ ਨੂੰ ਅਸਲੀ ਫੁਲਕਾਰੀ ਕਿਹਾ ਜਾਂਦਾ ਹੈ। ਆਪਸ਼ਨ ਨੰਬਰ ਡੀ ਇਸ ਦਾ ਸਹੀ ਆਨਸਰ ਹੈ। ਕੁਐਸਚਨ ਨੰਬਰ 8ਵਾਂ ਦੇਖੋ, ਲੋਕ ਖੇਡਾਂ ਦੀ ਵਿਸ਼ੇਸ਼ਤਾ ਦੱਸੋ ਜੀ ਕੀ ਹੁੰਦੀ ਹੈ? ਇਹਨਾਂ ਲਈ ਕਠੋਰ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਇਹਨਾਂ ਲਈ ਕੋਈ ਸਮਾਂ ਅਤੇ ਸਥਾਨ ਨਿਸ਼ਚਿਤ ਨਹੀਂ ਕੀਤਾ ਜਾਂਦਾ, ਪੁਰਾਣੇ ਸਮੇਂ ਚਰਣੀਆਂ ਰਾਤਾਂ ਵਿੱਚ ਵੀ ਖੇਡੀਆਂ ਜਾਂਦੀਆਂ ਸਨ। ਤਾਂ ਇਸ ਦਾ ਸਹੀ ਆਨਸਰ ਹੈ ਜੀ ਡੀ ਆਪਸ਼ਨ, ਉਪਰੋਕਤ ਸਾਰੇ ਲੋਕ ਖੇਡਾਂ ਦੀਆਂ ਵਿਸ਼ੇਸ਼ਤਾਵਾਂ ਹਨ। ਕੁਐਸਚਨ ਨੰਬਰ 9ਵਾਂ ਜੀ, ਅਧੀਨ ਯੋਜਕ ਦੀਆਂ ਅੱਗੇ ਕਿੰਨੀਆਂ ਕਿਸਮਾਂ ਹਨ ਜੀ? ਠੀਕ ਹੈ, ਅਧੀਨ ਯੋਜਕ ਦੀਆਂ ਅੱਗੇ ਕਿੰਨੀਆਂ ਕਿਸਮਾਂ ਹਨ? ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਸਮਾਨ ਯੋਜਕ ਦੀਆਂ 4 ਕਿਸਮਾਂ ਹੁੰਦੀਆਂ ਤੇ ਅਧੀਨ ਯੋਜਕ ਦਾ ਪੁੱਛਿਆ ਹੈ, ਅਧੀਨ ਯੋਜਕ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਜੀ? ਆਪਸ਼ਨ ਨੰਬਰ ਡੀ 7 ਕਿਸਮਾਂ ਹੁੰਦੀਆਂ ਹੈ ਜੀ। ਇਹ ਆਪਾਂ ਪੇਡ ਗਰੁੱਪ ਦੇ ਵਿੱਚ ਬਿਲਕੁਲ ਡਿਟੇਲ ਨਾਲ ਸਾਰੇ ਕੁਐਸਚਨ ਜਿਹੜੇ ਹੈ ਕੀਤੇ ਆ ਜੀ ਟੌਪਿਕ। ਕੁਐਸਚਨ ਨੰਬਰ 10ਵਾਂ ਦੇਖੋ, ਸੰਖਿਆਵਾਚਕ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਜੀ? ਸੰਖਿਆਵਾਚਕ ਵਿਸ਼ੇਸ਼ਣ ਦੀਆਂ 7 ਕਿਸਮਾਂ ਹੁੰਦੀਆਂ, ਜਿਵੇਂ ਕਿ ਆਪਾਂ ਯਾਦ ਕੀਤਾ ਸੀ ਸੱਸਾ ਸੰਖਿਆ ਤੇ ਸੱਸਾ 7 ਜੀ। ਠੀਕ ਹੈ, ਇਸ ਤਰੀਕੇ ਨਾਲ ਲੌਜਿਕ ਤੁਸੀਂ ਯਾਦ ਰੱਖ ਲਿਓ। ਕੁਐਸਚਨ ਨੰਬਰ 11 ਦੇਖੋ, ਲੁਧਿਆਣਾ, ਫਿਰੋਜ਼ਪੁਰ, ਮਾਨਸਾ, ਮੋਗਾ ਤੇ ਬਰਨਾਲਾ ਆਦਿ ਜ਼ਿਲ੍ਹਿਆਂ ਦੀ ਡਾਇਲੈਕਟ ਦੱਸੋ ਜੀ ਕਿਹੜੀ ਹੈ? ਤਾਂ ਆਨਸਰ ਇਸ ਦਾ ਪਹਿਲਾ ਆਪਸ਼ਨ ਮਲਵਈ। ਹਾਂਜੀ, ਕੁਐਸਚਨ ਨੰਬਰ 12 ਦੇਖਦੇ ਹਾਂ, ਗੁਰਮੁਖੀ ਲਿਖੀ ਜਾਂਦੀ ਹੈ ਕਿਸ ਢੰਗ ਨਾਲ ਲਿਖੀ ਜਾਂਦੀ ਹੈ? ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ, ਉੱਪਰ ਤੋਂ ਹੇਠਾਂ, ਹੇਠਾਂ ਤੋਂ ਉੱਪਰ। ਤਾਂ ਇਹ ਲਿਖੀ ਜਾਂਦੀ ਹੈ ਆਪਸ਼ਨ ਨੰਬਰ ਬੀ, ਖੱਬੇ ਤੋਂ ਸੱਜੇ ਜੀ। ਹਾਂਜੀ, 13 ਨੰਬਰ ਦੇਖੋ, ਆਧੁਨਿਕ ਕਵਿਤਾ ਦਾ ਜਨਮਦਾਤਾ ਕੌਣ ਹੈ? ਭਾਈ ਵੀਰ ਸਿੰਘ, ਕਿਰਪਾ ਸਿੰਘ, ਧਨੀ ਰਾਮ ਚਾਤਰਿਕ ਜਾਂ ਪ੍ਰੋਫੈਸਰ ਪੂਰਨ ਸਿੰਘ ਜੀ। ਸਹੀ ਆਨਸਰ ਇਸ ਦਾ ਪਹਿਲਾ ਆਪਸ਼ਨ ਭਾਈ ਵੀਰ ਸਿੰਘ।
क्वेश्चन नंबर 14 देखो, गुरमत काव्य का कवि कौन नहीं है जी, जो नहीं है उसकी पहचान करनी है। गुरु नानक देव जी, शेख फरीद जी, भाई गुरदास जी, गुरु अर्जन देव जी। सही आंसर इसका बी ऑप्शन, शेख फरीद जी, क्योंकि शेख फरीद ਜਿਹੜੇ ਹੈ ਉਹ सूफी काव्य ਦੇ ਹੈ ਜੀ, गुरमत काव्य ਦੇ नहीं है। क्वेश्चन नंबर 15 देखो, बेबे राम भजनी एकांगी का एकांगीकार कौन है? तो इसका सही आंसर है जी डी ऑप्शन, ईश्वर चंद्र नंदा। तो साथियों ये सी साबल क्लासेस ਦੇ ਵੱਲੋਂ ਕੰਡਕਟ ਕੀਤਾ ਗਿਆ ਪਹਿਲਾ ਮੌਕ ਟੈਸਟ। ठीक है, इस 15 क्वेश्चन के आंसर ਆਪਾਂ ਜਿਹੜੀ ਹੈ ਜਾਣਕਾਰੀ ਹਾਸਲ ਕੀਤੀ ਹੈ। ਤਾਂ ਇਸ ਦੇ ਨਾਲ ਇੱਕ ਵਿਸ਼ੇਸ਼ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਨ ਦੇ ਵਿੱਚ ਜਿਹੜਾ ਹੈ ਖੁਸ਼ੀ ਮਹਿਸੂਸ ਹੋਏਗੀ ਕਿ ਅਗਰ ਕੋਈ ਵੀ ਸਾਥੀ ਸਬਜੈਕਟ ਵਾਈਜ਼ ਕੋਚਿੰਗ ਲੈਣਾ ਚਾਹੁੰਦੇ ਆ ਜੀ, ਤਾਂ ਇਸੇ ਤਰੀਕੇ ਨਾਲ ਆਨਲਾਈਨ ਜਿਹੜੀ ਹੈ ਰਿਕਾਰਡਡ ਜਿਹੜੀ ਕਲਾਸਿਸ ਹੈ ਉਹਨਾਂ ਨੂੰ ਉਹਨਾਂ ਦੀ ਈਮੇਲ ਆਈਡੀ ਦੇ ਉੱਪਰ ਭੇਜੀ ਜਾਏਗੀ। ਉਸ ਸਬਜੈਕਟ ਦੇ ਚਾਹੇ ਉਹ ਇੱਕ ਸਬਜੈਕਟ ਹੋਵੇ, 2 ਹੋਵੇ, 3 ਹੋਵੇ ਜਾਂ ਫੁੱਲ ਸਬਜੈਕਟ ਹੋਵੇ, ਤਾਂ ਉਹਨਾਂ ਦੀ ਕੰਪਲੀਟ ਸਿਲੇਬਸ, उसकी पूरी थ्योरी जी है उसकी क्लास जी है तुहाडे ईमेल आईडी के उपर पहुँच जाएगी जी। आल क्लासेस जो है एंड्रॉइड ऐप जी है उसके है तुसीं देख पाओगे। इसकी थ्योरी के नाल 10,000 MCQs विद सोल्यूशन भी तुहानूं जिहड़ा है मिलेगा। ठीक है, तो ये लैक्चरस तुहाडे कोल एग्जाम तक जिहड़े है सेव रहणगे, तुसीं इन्हां नूं जिन्ने मर्जी वार देख सकते हो, अपने डाउट क्लीयर कर सकते हो जी। ठीक है, तो ਜਿਹੜੇ ਵੀ ਸਾਥੀ ਕੋਚਿੰਗ ਲੈਣਾ ਚਾਹੁੰਦੇ ਆ ਤਾਂ ਜਲਦੀ ਤੋਂ ਜਲਦੀ ਸਾਵਲ ਕਲਾਸ ਦੇ ਇਹਨਾਂ ਕੰਟੈਕਟ ਨੰਬਰ, ਦੀਪਕ ਸਰ ਦੇ ਨੰਬਰ ਤੇ ਸਾਹਿਲ ਸਰ ਦੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ, ਤੇ ਆਪਣੀ ਕੋਚਿੰਗ ਨੂੰ ਹੋਰ ਵੀ ਜਿਹੜਾ ਹੈ ਵਧੀਆ ਢੰਗ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ ਜੀ। ਠੀਕ ਸਾਥੀਓ, ਥੈਂਕ ਯੂ ਜੀ।